ਤੇ ਹੁਣ ਖਬਰ ਦਿੱਲੀ ਮਥੁਰਾ ਅਤੇ ਆਗਰਾ 'ਚ ਰਹਿਣ ਵਾਲਿਆਂ ਦੇ ਲਈ ਉਹਨਾਂ ਸ਼ਹਿਰਾਂ ਦੇ ਲਈ ਵੀ ਜੋ ਯਮੁਨਾ ਨਦੀ ਦੇ ਕੰਢੇ ਵਸੇ ਹੋਏ ਨੇ। ਜੇਕਰ ਤੁਸੀਂ ਵੀ ਹਰੀਆਂ ਭਰੀਆਂ ਸਬਜ਼ੀਆਂ ਨੂੰ ਸਿਹਤ ਦੇ ਨਾਲ ਭਰੇ ਸਮਝਦੇ ਹੋ ਤਾਂ ਤੁਸੀਂ ਗਲਤਫਹਿਮੀ 'ਚ ਹੋ, ਕਿਉਂਕਿ ਉਹਨਾਂ ਸਬਜ਼ੀਆਂ ਵਿੱਚ ਮਿਨਰਲਸ ਅਤੇ ਵਿਟਾਮਿਨਸ ਨਹੀਂ ਬਲਕਿ ਜ਼ਹਿਰ ਘੁਲਿਆ ਹੋਇਆ ਹੁੰਦਾ। ਵੇਖੋ ਇਹ ਰਿਪੋਰਟ। ਜਿਹੜੀ ਲੌਕੀ ਨੂੰ ਤੁਸੀਂ ਫਾਈਬਰ, ਵਿਟਾਮਿਨਸ ਅਤੇ ਆਇਰਨ ਦੇ ਨਾਲ ਭਰਪੂਰ ਸਮਝਦੇ ਹੋ, ਉਹ ਤੁਹਾਡੀ ਹੱਸਦੀ ਖੇਡਦੀ ਜ਼ਿੰਦਗੀ ਨੂੰ ਮਾਤਮ 'ਚ ਬਦਲ ਸਕਦਾ ਹੈ। ਇਹ ਫੁੱਲ ਗੋਭੀ, ਜਿਸ ਨੂੰ ਤੁਸੀਂ ਪ੍ਰੋਟੀਨ, ਕੈਲਸ਼ੀਅਮ ਅਤੇ ਫਾਸਫੋਰਸ ਦਾ ਖਜ਼ਾਨਾ ਸਮਝਦੇ ਹੋ ਸਕਦਾ ਇਹ ਤੁਹਾਡੇ ਲਈ ਕੈਂਸਰ ਦਾ ਦਰਵਾਜ਼ਾ ਖੋਲ੍ਹ ਦੇ। ਹਰੀ ਹਰੀ ਇਸ ਪਾਲਕ ਨੂੰ ਵੇਖ ਕੇ ਕਿਸ ਦਾ ਮਨ ਨਹੀਂ ਮਚਲ ਉੱਠੇ। ਵਿਟਾਮਿਨਸ, ਆਇਰਨ ਅਤੇ ਫੋਲੇਟ ਵਾਲੀ ਪਾਲਕ ਕਿਤੇ ਤੁਹਾਨੂੰ ਜਾਨਲੇਵਾ ਬਿਮਾਰੀ ਦਾ ਸ਼ਿਕਾਰ ਤਾਂ ਨਹੀਂ ਬਣਾ ਰਹੀ। ਅਸੀਂ ਤੁਹਾਨੂੰ ਡਰਾ ਨਹੀਂ ਰਹੇ, ਬਲਕਿ ਇੱਕ ਅਜਿਹੀ ਸੱਚਾਈ ਦੇ ਨਾਲ ਰੂਬਰੂ ਕਰਵਾ ਰਹੇ ਹਾਂ ਜਿਸ ਨੂੰ ਸੁਣ ਕੇ ਸ਼ਾਇਦ ਤੁਹਾਨੂੰ ਵੀ ਯਕੀਨ ਨਾ ਹੋਵੇ। ਦੇਖਣ 'ਚ ਭਾਵੇਂ ਹਰੀ ਭਰੀ ਅਤੇ ਚਮਕਦਾਰ ਵਿਖ ਰਹੀ ਹੋਵੇ, ਪਰ ਅਸਲ ਵਿੱਚ ਇਹਨਾਂ ਸਬਜ਼ੀਆਂ ਦੇ ਅੰਦਰ ਕੁਝ ਅਜਿਹੇ ਜ਼ਹਿਰੀਲੇ ਮੈਟਲਸ ਹੁੰਦੇ ਨੇ ਜੋ ਸਾਡੇ ਅਤੇ ਤੁਹਾਡੇ ਲਈ ਬੇहद ਖਤਰਨਾਕ ਹੁੰਦੇ ਨੇ। ਸਵਾਲ ਹੈ ਕਿ ਆਖਿਰ ਇਹਨਾਂ ਹਰੀਆਂ ਭਰੀਆਂ ਸਬਜ਼ੀਆਂ ਉੱਤੇ ਜ਼ਹਿਰੀਲਾ ਹੋਣ ਦੇ ਦੋਸ਼ ਕਿਉਂ ਲੱਗ ਰਹੇ ਨੇ? ਆਖਿਰ ਕਿਉਂ ਇਹ ਇਨਸਾਨਾਂ ਦੇ ਲਈ ਘਾਤਕ ਬਣੀਆਂ ਹੋਈਆਂ ਨੇ? ਅਤੇ ਆਖਿਰ ਕਿਉਂ ਡਾਕਟਰ ਇਹਨਾਂ ਤੋਂ ਦੂਰ ਰਹਿਣ ਦੀ ਸਲਾਹ ਦੇ ਰਹੇ ਨੇ? ਇਹ ਅਸੀਂ ਦੱਸਾਂਗੇ, ਪਰ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਇੱਕ ਅਜਿਹੀ ਹਕੀਕਤ ਦੇ ਨਾਲ ਰੂਬਰੂ ਕਰਵਾਉਂਦੇ ਹਾਂ ਜੋ ਤੁਹਾਨੂੰ ਜਾਣਨੀ बेहद ਜ਼ਰੂਰੀ ਹੈ। यमुना के किनारे पर हम मौजूद हैं दिल्ली में। मैं सबसे पहले यमुना की तस्वीर आपको दिखाऊं। आप देखेंगे पूरी तरीके से जो यमुना है वो सिमटती हुई यहाँ पर जा रही है। जो यमुना का धारा थी वो काफ़ी कम होती जा रही है। दूसरी तरफ जो पोल्यूशन का लेवल है वो बहुत ज़्यादा यमुना के अंदर बढ़ा हुआ है। ख़ास तौर पर छठ के बाद से जो पोल्यूशन का लेवल है वो बहुत ज़्यादा बढ़ जाता है, और उसके पीछे की वजह दिल्ली और NCR में मौजूद तमाम जो फैक्ट्रियाँ हैं उनसे निकलने वाला केमिकल का पानी यमुना को दूषित करता है। तमाम ऐसे नाले हैं दिल्ली और नोएडा के जो नाले इस यमुना में गिरते हैं और उसके बाद पानी बहुत दूषित हो जाता है। देखिए यमुना का दिल्ली में जो आप हाल देखोगे, सफ़ेद सफ़ेद झाग दिखता है। खासकर छठ पूजा के थोड़ा पहले वो शुरू होता है और फिर बाद तक ये सर्दियों में बहुत ज़्यादा दिखाई देता है। ये तो विजिबल पॉल्यूशन है जिसमें फॉस्फेट का लेवल हाई है, क्योंकि घरों में डिटर्जेंट्स यूज हो रहा है, इंडस्ट्रीज़ में हो रहा है, तो फॉस्फेट की वजह से ये झाग जो सफ़ेद सफ़ेद दिखता है ये बढ़ जाता है। खासकर जो नोएडा के पास जो बैराज है यमुना में, वहाँ क्योंकि पानी ऊंचाई से गिरता है तो ये ज़्यादा विजिबल होता है। पर ये केवल सीजनल प्रॉब्लम नहीं है कि केवल सर्दियों की प्रॉब्लम, पूरे साल यमुना का पानी पीना तो दूर, पशुओं को नहलाने लायक भी नहीं है। ਹੁਣ ਤੁਸੀਂ ਸਮਝ ਚੁੱਕੇ ਹੋਵੋਗੇ ਆਖਿਰ ਅਸੀਂ ਅਜਿਹਾ ਕਿਉਂ ਕਹਿ ਰਹੇ ਹਾਂ। ਦਰਅਸਲ ਯਮੁਨਾ ਨਦੀ ਕੰਢੇ ਬਸੇ ਸ਼ਹਿਰਾਂ ਦੇ ਲਈ ਯਮੁਨਾ ਦਾ ਪ੍ਰਦੂਸ਼ਣ ਇੰਨਾ ਖਤਰਨਾਕ ਬਣ ਚੁੱਕਿਆ ਹੈ ਕਿ ਉਸ ਦੇ ਕੰਢੇ ਉਗਾਈ ਜਾ ਰਹੀ ਸਬਜ਼ੀਆਂ ਹੌਲੀ-ਹੌਲੀ ਤੁਹਾਨੂੰ ਇੱਕ ਗੰਭੀਰ ਬਿਮਾਰੀ ਦੀ ਚਪੇਟ ਵਿੱਚ ਪਾ ਰਹੀਆਂ ਨੇ। ਦਿੱਲੀ ਹੋਵੇ ਜਾਂ ਨੋਇਡਾ ਜਾਂ ਫਿਰ ਮਥੁਰਾ ਜਾਂ ਆਗਰਾ, ਯਮੁਨਾ ਕੰਢੇ ਵੱਡੇ ਪੈਮਾਨੇ ਉੱਤੇ ਸਬਜ਼ੀਆਂ ਦੀ ਖੇਤੀ ਕੀਤੀ ਜਾਂਦੀ ਹੈ। ਫਿਰ ਉੱਥੋਂ ਕੱਢ ਕੇ ਜਦੋਂ ਇਹ ਮੰਡੀ ਤੱਕ ਪਹੁੰਚਦੀਆਂ ਹਨ ਤਾਂ ਇਹਨਾਂ ਦੀ ਤਾਜ਼ਗੀ ਅਤੇ ਚਮਕ ਵੇਖ ਕੇ ਲੋਕ ਖਿੱਚੇ ਚਲੇ ਆਉਂਦੇ ਨੇ। लगातार इस पे डॉक्टर्स, एक्सपर्ट्स, फूड एक्सपर्ट्स इसके बारे में सुझाव देते रहे हैं कि यहाँ पर धोई हुई सब्जियों को ना खाया जाए, यहाँ पर उगाई हुई सब्जियों को ना खाया जाए। लेकिन किसान भाई का भी ध्यान रखना है, ऐसा ना हो किसानों का नुकसान हो जाए। ਅਸਲ ਵਿੱਚ ਯਮੁਨਾ ਕੰਢੇ ਪੈਦਾ ਹੋਣ ਵਾਲੀਆਂ ਇਹ ਸਬਜ਼ੀਆਂ ਆਪਣੇ ਨਾਲ ਕਈ ਬਿਮਾਰੀਆਂ ਵੀ ਲੈ ਕੇ ਆਉਂਦੀਆਂ ਨੇ। ਇੱਕ ਸਟੱਡੀ ਦੇ ਮੁਤਾਬਿਕ ਯਮੁਨਾ ਖਾਦਰ ਵਿੱਚ ਉੱਗਣ ਵਾਲੀਆਂ ਸਬਜ਼ੀਆਂ 'ਚ ਜ਼ਹਿਰ ਘੁਲਿਆ ਹੋਇਆ ਹੈ। ਇਸ ਦੀ ਵਜ੍ਹਾ ਹੈ ਯਮੁਨਾ ਦਾ ਪ੍ਰਦੂਸ਼ਿਤ ਪਾਣੀ, ਜਿਸ ਤੋਂ ਇੱਥੋਂ ਦੇ ਆਸ-ਪਾਸ ਦੀ ਮਿੱਟੀ ਵੀ ਪ੍ਰਦੂਸ਼ਿਤ ਹੋ ਚੁੱਕੀ ਹੈ। ਪ੍ਰਦੂਸ਼ਿਤ ਮਿੱਟੀ ਉੱਤੇ ਹੀ ਸਬਜ਼ੀਆਂ ਦੀ ਖੇਤੀ ਕੀਤੀ ਜਾਂਦੀ ਹੈ। ਫਿਰ ਯਮੁਨਾ ਦੇ ਪ੍ਰਦੂਸ਼ਿਤ ਪਾਣੀ ਦੇ ਨਾਲ ਹੀ ਇਹਨਾਂ ਸਬਜ਼ੀਆਂ ਦੀ ਸਿੰਚਾਈ ਹੁੰਦੀ ਹੈ ਅਤੇ ਫਿਰ ਪ੍ਰਦੂਸ਼ਿਤ ਪਾਣੀ ਦੇ ਨਾਲ ਹੀ ਸਬਜ਼ੀਆਂ ਦੀ ਧੁਆਈ ਹੁੰਦੀ ਹੈ ਅਤੇ ਇਸੇ ਤਰ੍ਹਾਂ ਯਮੁਨਾ ਦਾ ਖਤਰਨਾਕ ਪ੍ਰਦੂਸ਼ਣ ਸਾਡੀ ਥਾਲੀ ਦੇ ਜ਼ਰੀਏ ਸਾਡੇ तक पहुंच रहा है। सब्जियों को लेकर भी कई तरीके की जांच हुई, कई तरीके की रिपोर्ट आई और उसमें इस बात को कहा गया है कि यमुना के पानी से अगर सब्जियों की सिंचाई की जाती है या उनको धुला जाता है तो इंसान के लिए वो बेहद घातक होता है, बेहद खतरनाक होता है। जो फसल मैं दिखा रहा हूँ ये गोभी की फसल है, गोभी यहाँ पर बोई हुई है। इस तरीके की तमाम जो सब्जियाँ हैं वो यहाँ पर उगाई जा रही हैं। सरसों का साग लोग खाना पसंद करते हैं सर्दियों में, तो सरसों की फसल भी मैं आपको दिखा रहा हूँ। ये सरसों की फसल है, इसके आगे पालक यहाँ पर बोया हुआ है। ऐसे में यमुना के पानी से होने
आने वाली सिंचाई या यमुना के पानी से धोने वाली जो सब्जियां हैं वो लोगों की सेहत पर बहुत बुरा प्रभाव डालती हैं। एक्सपर्ट का मानना है कि इस पानी से जो सब्जियों के अंदर केमिकल है, जो ऐसी हानिकारक केमिकल हैं वो एंट्री कर जाते हैं और उसके चलते आम जीवन जो है लोगों की सेहत पर बेहद बुरा प्रभाव पड़ता है। हालांकि देखिए, इसमें हैवी मेटल्स हो सकती हैं और जो फीकल कॉलीफॉर्म मिला हुआ है पानी में, जिसकी मात्रा कई हजार गुना ज़्यादा है पानी में, यमुना के पानी में, तो ये मानव स्वास्थ्य को बहुत तरह से प्रभाव डालती है। हैवी मेटल्स और तमाम चीज़ें सब्जियों में के थ्रू आ सकती हैं हमारे फूड साइकिल में। ਭਾਰਤੀ ਖਾਦ ਸੁਰੱਖਿਆ ਦੇ ਮਾਨਕ ਪ੍ਰਾਧਿਕਰਨ ਦੇ ਮੁਤਾਬਕ ਸਬਜ਼ੀਆਂ ਵਿੱਚ ਸੀਸੇ ਦੀ ਮਾਤਰਾ 0.1 ppm ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਯਮੁਨਾ ਖਾਦਰ ਵਿੱਚ ਉਪਜੀਆਂ ਇਹਨਾਂ ਸਬਜ਼ੀਆਂ ਦੀ ਮਾਤਰਾ 28.06 ppm ਤੱਕ ਹੈ। ਸਬਜ਼ੀਆਂ ਵਿੱਚ ਆਮ ਤੌਰ ਉੱਤੇ ਕੈਡਮੀਅਮ ਦੀ ਮਾਤਰਾ 0.1 ਤੋਂ 0.2 ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਯਮੁਨਾ ਖਾਦਰ ਵਿੱਚ ਉਪਜੀਆਂ ਸਬਜ਼ੀਆਂ ਵਿੱਚ ਮਾਤਰਾ 3.42 ppm ਤੋਂ ਵੀ ਜ਼ਿਆਦਾ ਹੈ। ਇਸੇ ਤਰ੍ਹਾਂ ਸਬਜ਼ੀਆਂ ਵਿੱਚ ਲੈਡ ਦੀ ਮਾਤਰਾ 1 ppm ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ, ਜਦਕਿ ਯਮੁਨਾ ਖਾਦਰ ਦੀਆਂ ਸਬਜ਼ੀਆਂ ਵਿੱਚ 140 ppm ਤੱਕ ਲੈਡ ਦੀ ਮਾਤਰਾ ਹੈ। ਯਮੁਨਾ ਵਿੱਚ ਹੈਵੀ ਮੈਟਲਸ ਦੀ ਮਾਤਰਾ ਇੰਨੀ ਜ਼ਿਆਦਾ ਹੈ ਕਿ ਇਹਨਾਂ ਸਬਜ਼ੀਆਂ ਤੋਂ ਚੰਗੀ ਤਰ੍ਹਾਂ ਧੋਣ ਅਤੇ ਉਬਾਲਣ ਤੋਂ ਬਾਅਦ ਵੀ ਕਿਤੇ ਨਾ ਕਿਤੇ ਇਹਨਾਂ ਵਿੱਚ ਖਤਰਨਾਕ ਮੈਟਲਸ ਰਹਿ ਜਾਂਦੇ ਨੇ, ਜੋ ਕਈ ਬਿਮਾਰੀਆਂ ਨੂੰ ਨਿਉਤਾ ਦਿੰਦੇ ਨੇ। ਮਸਲਨ ਹੈਵੀ ਮੈਟਲਸ ਦੇ ਨਾਲ ਬ੍ਰੇਨ ਹੈਮਰੇਜ ਹੋ ਸਕਦਾ ਹੈ, ਲੈਡ ਦੀ ਵਜ੍ਹਾ ਦੇ ਨਾਲ ਕਿਡਨੀ ਡੈਮੇਜ ਹੋ ਸਕਦੀ ਹੈ, ਇਹ ਸਾਡੇ ਨਰਵਸ ਸਿਸਟਮ ਨੂੰ ਵੀ ਵਿਗਾੜ ਸਕਦੀ ਹੈ। ਲੈਡ ਦੀ ਵਜ੍ਹਾ ਦੇ ਨਾਲ ਨਪੁੰਸਕਤਾ ਵੀ ਵੱਧਦੀ ਹੈ। ਲੰਬੇ ਵੇਲੇ ਤੱਕ ਇਹਨਾਂ ਸਬਜ਼ੀਆਂ ਨੂੰ ਖਾਣ ਦੇ ਨਾਲ ਕੈਂਸਰ ਵੀ ਹੋ ਸਕਦਾ ਹੈ। ਇਹ ਖੂਨ ਬਣਨ ਦੀ ਪ੍ਰਕਿਰਿਆ ਨੂੰ ਵੀ ਖਤਮ ਕਰ ਸਕਦਾ ਹੈ। ਸਰੀਰ ਦੇ ਅਹਿਮ ਹਿੱਸਿਆਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਕੈਡਮੀਅਮ ਦੀ ਵਜ੍ਹਾ ਦੇ ਨਾਲ ਸੁੰਘਣ ਦੀ ਖਮਤਾ ਘੱਟ ਹੋ ਜਾਂਦੀ ਹੈ। ਸਕਿਨ ਦੇ ਰੋਗ ਹੋ ਸਕਦੇ ਨੇ ਅਤੇ ਆਰਥਰਾਈਟਿਸ ਦਾ ਖਤਰਾ ਵੀ ਹੋ ਸਕਦਾ ਹੈ। इस पानी में तमाम ऐसे हैवी मेटल्स भी हैं, क्रोमियम है, लेड है, मरकरी है, तमाम ऐसी चीज़ें हैं जो हमारी हेल्थ को बड़ा नुकसान पहुंचा सकती हैं और पहुंचा रही हैं। पेट की बीमारियों से परेशान हो रहे हैं, उनको पीलिया हो रहा है, उनको लूज मोशंस हो रहे हैं, इंटेस्टाइनल हेमरेज हो रहा है इस पानी की वजह से। ਯਮੁਨਾ ਦਾ ਦੂਸ਼ਿਤ ਪਾਣੀ ਯਮੁਨਾ ਦੀ ਮਿੱਟੀ ਨੂੰ ਵੀ ਬੰਜਰ ਬਣਾ ਰਿਹਾ ਹੈ। ਜਿੱਦਾਂ ਜਿੱਦਾਂ ਯਮੁਨਾ ਵਿੱਚ ਪ੍ਰਦੂਸ਼ਣ ਵਧ ਰਿਹਾ ਹੈ, ਉਦੋਂ ਖਦਰ ਦੀ ਮਿੱਟੀ ਵਿੱਚ ਉਪਜ ਵੀ ਘੱਟ ਹੋਣ ਲੱਗਦੀ ਹੈ। ਦਿੱਲੀ ਅਤੇ ਆਸ-ਪਾਸ ਯਮੁਨਾ ਦੇ ਕਰੀਬ 22 ਕਿਲੋਮੀਟਰ ਤੋਂ ਵੀ ਜ਼ਿਆਦਾ ਲੰਬੇ ਹਿੱਸੇ ਵਿੱਚ ਖੇਤੀ ਕੀਤੀ ਜਾਂਦੀ ਹੈ, ਜਿੱਥੇ ਭਾਰੀ ਮਾਤਰਾ 'ਚ ਸਬਜ਼ੀਆਂ ਪੈਦਾ ਹੁੰਦੀਆਂ ਨੇ ਅਤੇ ਲੋਕਾਂ ਨੂੰ ਬਿਮਾਰ ਬਣਾਉਂਦੀਆਂ ਨੇ। ਪਿਛਲੇ ਦਿਨਾਂ ਯਮੁਨਾ ਦੇ ਪਾਣੀ ਨੂੰ ਲੈ ਕੇ ਆਈ ਇੱਕ ਰਿਪੋਰਟ ਨੇ ਵੀ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। हाल ही में केंद्रीय जल आयोग की टीम ने 2 सैंपल लिए। पहला सैंपल आगरा से लिया और दूसरा सैंपल मथुरा से लिया और यमुना के इस जल की जब जांच की गई तो इसकी रिपोर्ट का जो खुलासा हुआ वो बेहद चौंकाने वाला था। दरअसल उस रिपोर्ट में सामने आया कि यमुना मैया का जो पानी है वो अब पीने योग्य तो छोड़ दीजिए, वो इस्तेमाल करने लायक भी नहीं है। चाहे वो सिंचाई की बात की जाए या अन्य कामों की बात की जाए, तमाम ऐसे घातक धातु वाले जो केमिकल हैं उनकी मिलावट की जो मानक है वो बहुत ज़्यादा पाया गया और यही वजह है कि लगातार जो यमुना में गिर रहे नाले हैं, लेड है, वो लगातार यहाँ पर पानी को प्रदूषित कर रहे हैं। ਇਸੇ ਦੇ ਲਈ ਸੱਚ ਹੀ ਕਿਹਾ ਗਿਆ ਹੈ ਕਿ ਹੈਲਥ ਇਜ਼ ਵੈਲਥ। ਜੇਕਰ ਆਪ ਨੂੰ ਫਿਟ ਰੱਖਣਾ ਹੈ ਤਾਂ ਬਿਮਾਰੀਆਂ ਤੋਂ ਦੂਰ ਰੱਖਣਾ ਹੈ ਤਾਂ ਚੰਗੀ ਸਬਜ਼ੀਆਂ ਨੂੰ ਖਰੀਦਣ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਲਓ ਕਿਤੇ ਉਹ ਯਮੁਨਾ ਕੰਢੇ ਤਾਂ ਨਹੀਂ ਉਗਾਈਆਂ ਗਈਆਂ। ਅਗਰ ਅਜਿਹਾ ਹੈ ਤਾਂ ਜਿੰਨਾ ਛੇਤੀ ਹੋ ਸਕੇ ਉੱਥੋਂ ਨਿਕਲ ਜਾਓ। ਟੀਮ ਨਿਊਜ਼ ਸਟੇਟ।